ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਹਨ ਉਹ ਸੰਤ ਮਹਾਪੁਰਸ਼ ਜਿਨ੍ਹਾਂ ਦੀ ਅਕਾਲ ਕਮਾਈ ਸਦਕਾ ਉਹਨਾਂ ਨੇ ਦਿਨ ਰਾਤ ਸਿਮਰਨ ਭਗਤੀ ਕਰਕੇ ਸਾਡੇ ਲਈ ਮਾਰਗਦਰਸ਼ਨ ਦਾ ਰਾਹ ਬਣਾਇਆ, ਜਿਸ ਤੇ ਚੱਲ ਕੇ ਅਸੀਂ ਪ੍ਰਭੂ ਪਿਆਰੇ ਬਣੀਏ, ਪ੍ਰਭੂ ਦੀ ਬਖਸ਼ਿਸ਼ ਹਾਸਲ ਕਰੀਏ। ਕਿਉਂਕਿ ਗੁਰੂ ਮਹਾਰਾਜ ਜੀ ਦੇ ਹੁਕਮ ਵਿੱਚ ਹੀ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਛੁਪੀ ਹੁੰਦੀ ਹੈ। ਇੱਕ ਦਿਨ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਸਿਮਰਨ ਵਿੱਚ ਲੀਨ ਆਨੰਦ ਮਗਨ ਅਵਸਥਾ ਦਾ ਰੰਗ ਮਾਣਦੀ ਸੁਰਤੀ ਵਿੱਚ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹੋਏ। ਸਤਿਗੁਰ ਜੀ ਨੇ ਵਚਨ ਕੀਤਾ, ਭਾਈ ਹਰਨਾਮ ਸਿੰਘ, ਤੁਸੀਂ ਹੁਣ ਇਸ ਇਕਾਂਤ ਨੂੰ ਛੱਡ ਕੇ ਆਪਣੇ ਹੀ ਇਲਾਕੇ ਵਿੱਚ ਚਲੇ ਜਾਵੋ, ਜੋ ਕਿ ਗੁਰਸਿੱਖੀ ਵੱਲੋਂ ਬਹੁਤ ਪਿੱਛੇ ਹੈ ਅਤੇ ਨਾਸਤਿਕਤਾ ਦੀ ਡੂੰਘੀ ਦਲਦਲ ਵਿੱਚ ਫਸਿਆ ਹੋਇਆ ਹੈ। ਉਹਨਾਂ ਲੋਕਾਂ ਨੂੰ ਗੁਰਮਤਿ ਰਾਹ ਉੱਪਰ ਤੋਰੋ ਅਤੇ ਗੁਰਸਿੱਖੀ ਦਾ ਪ੍ਰਚਾਰ ਕਰੋ। ਇਹ ਹੁਕਮੀ ਵਾਕ ਕੰਨਾਂ ਰਾਹੀਂ ਧੁਰ ਅੰਦਰ ਉਤਰ ਗਏ ਤੇ ਨਾਲ ਹੀ ਸਵਾਲ ਉਤਪਨ ਹੋਇਆ ਕਿ ਸਤਿਗੁਰ ਜੀ ਜਾਵਾਂ ਕਿੱਥੇ, ਪਿੰਡ ਜਾਂ ਕਿਸੇ ਹੋਰ ਜਗ੍ਹਾ। ਸਤਿਗੁਰ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਹੁਣ ਪਿੰਡ ਨਹੀਂ ਠਹਿਰਨਾ, ਤੁਹਾਡੇ ਪਿੰਡ ਤੋਂ ਚੜ੍ਹਦੇ ਪਾਸੇ 4-5 ਮੀਲ ਇੱਕ ਉਜਾੜ ਥੇ ਹੈ, ਉਸ ਜਗ੍ਹਾ ਨੂੰ ਕੇਂਦਰ ਬਣਾਉਣਾ ਹੈ। ਸੁਰਤੀ ਵਿੱਚ ਸਤਿਗੁਰਾਂ ਨੇ ਬਾਬਾ ਜੀ ਨੂੰ ਉਹ ਜਗ੍ਹਾ ਦੇ ਦਰਸ਼ਨ ਵੀ ਕਰਵਾ ਦਿੱਤੇ। ਇੱਕ ਬੜਾ ਭਾਰੀ 10-12 ਬੋਹੜਾਂ ਦਾ ਝੁੰਡ ਹੈ, ਹੇਠਾਂ ਛੋਟੇ ਛੋਟੇ ਹੋਰ ਦਰਖਤਾਂ ਨਾਲ ਇੱਕ ਬੇਆਬਾਦ ਜਗ੍ਹਾ ਭਾਵ ਥੜਾ ਬਣਿਆ ਹੋਇਆ ਹੈ। ਇੱਕ ਝਿੜੀ ਹੈ ਜੋ ਕਿ ਦਰਖਤਾਂ ਨਾਲ ਘਿਰੀ ਹੋਈ ਹੈ। ਨਾ ਹੀ ਇੱਥੇ ਕੋਈ ਕਮਰਾ ਹੈ, ਸਿਵਾਏ ਉਜਾੜ ਦੇ ਇੱਥੇ ਹੋਰ ਕੋਈ ਵਸਤੂ ਨਹੀਂ ਹੈ। ਫਿਰ ਮਨ ਵਿੱਚ ਫੁਰਨਾ ਆਇਆ ਕਿ ਮੈਂ ਤਾਂ ਸਾਰੀ ਆਯੂ ਬਾਹਰ ਹੀ ਰਿਹਾ ਹਾਂ, ਮੇਰੀ ਤਾਂ ਇਸ ਇਲਾਕੇ ਵਿੱਚ ਕੋਈ ਜਾਣੂ ਪਛਾਣੂ ਵੀ ਨਹੀਂ ਹੈ, ਕਿਵੇਂ ਤੇ ਕੀ ਕਰਾਂਗਾ। ਗੁਰੂ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ, ਹਰਨਾਮ ਸਿੰਘ, ਤੂੰ ਜਾ ਕੇ ਬੈਠ ਜਾ, ਬਾਕੀ ਸਾਰੇ ਪ੍ਰਬੰਧ ਪਰਮੇਸ਼ਵਰ ਜੀ ਆਪ ਕਰਨਗੇ। ਇਸੇ ਤਰ੍ਹਾਂ ਹੀ ਬਾਬਾ ਜੀ ਨੇ ਹੁਕਮ ਮੰਨ ਕੇ ਮਨੋ ਇਕਾਂਤ ਵਿੱਚ ਟਿਕ ਕਰਕੇ ਹੀ ਸਤਿਗੁਰੂ ਜੀ ਵੱਲੋਂ ਬਖਸ਼ੇ ਇਲਾਹੀ ਨਾਮ ਰਸ ਦਾ ਆਨੰਦ ਮਾਣਨਾ ਚਾਹੁੰਦੇ ਸਨ। ਪਰ ਸਤਿਗੁਰੂ ਜੀ ਦਾ ਹੁਕਮ ਤਾਂ ਸੀ ਕਿ ਹੁਣ ਇਸ ਇਕਾਂਤ ਨੂੰ ਛੱਡ ਕੇ ਵਿਚਰ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ। ਭਾਵੇਂ ਬਾਬਾ ਜੀ ਦਾ ਮਨ ਅਗੰਮੀ ਰਸ ਨਾਲ ਸਰਸਾਰ ਇਸ ਇਕਾਂਤ ਨੂੰ ਛੱਡਣ ਲਈ ਬਿਲਕੁਲ ਨਹੀਂ ਸੀ ਮੰਨਦਾ, ਪਰ ਦੂਸਰੇ ਪਾਸੇ ਗੁਰਦੇਵ ਜੀ ਦੇ ਹੁਕਮ ਵੀ ਤਾਂ ਸੀ ਨਾ। ਪਰ ਹੁਕਮ ਮੰਨਣਾ ਸਭ ਤੋਂ ਵੱਡੀ ਅਤੇ ਔਖੀ ਖੇਡ ਹੁੰਦੀ ਹੈ। ਹੁਕਮ ਅੱਗੇ ਜੀਵ ਦੀ ਆਪਣੀ ਕੋਈ ਹਸਤੀ ਨਹੀਂ ਰਹਿੰਦੀ, ਹੁਕਮ ਅੱਗੇ ਆਪਣੀ ਕੋਈ ਮਰਜ਼ੀ ਨਹੀਂ, ਨਾ ਹੀ ਕੋਈ ਹੀਲ ਹੁਜਤ, ਬਸ ਜਿਉਂਦੇ ਹੀ ਮਰਨਾ ਪੈਂਦਾ ਹੈ। ਇਹ ਹੁੰਦਾ ਹੈ ਸਤਿਗੁਰਾਂ ਦਾ ਹੁਕਮ ਹੰਢਾਉਣਾ। ਗੁਰੂ ਘਰ ਵਿੱਚ ਤਾਂ ਹੁਕਮ ਹੀ ਪ੍ਰਵਾਨ ਹੈ ਤੇ ਹੁਕਮ ਹੀ ਪ੍ਰਵਾਨ ਹੋਵੇਗਾ। ਜੋ ਹੁਕਮ ਮੰਨਦਾ ਹੈ, ਹੁਕਮ ਅੱਗੇ ਸਿਰ ਝੁਕਾਉਂਦਾ ਹੈ, ਉਹ ਮਾਲਕ ਨੂੰ ਭਾ ਜਾਂਦਾ ਹੈ, ਮਾਲਕ ਦੀਆਂ ਬਖਸ਼ਿਸ਼ਾਂ ਲੈ ਲੈਂਦਾ ਹੈ। ਜੋ ਹੁਕਮ ਮੰਨਣ ਦੀ ਇਸ ਅਤਿਅੰਤ ਔਖੀ ਖੇਡ ਨੂੰ ਖੇਡ ਲੈਂਦਾ ਹੈ, ਉਸ ਨੂੰ ਹੁਕਮੀ ਵਿੱਚ ਸਮਾਈ ਮਿਲ ਜਾਂਦੀ ਹੈ। ਬਾਬਾ ਜੀ ਨੇ ਹੁਕਮ ਅੱਗੇ ਸਿਰ ਝੁਕਾਇਆ ਅਤੇ 7 ਵਚਨ ਕਹਿ ਕੇ ਮਨ ਵਿੱਚ ਨਿਰਣੈ ਕਰ ਲਿਆ ਕਿ ਸਤਿਗੁਰ ਜੀ ਖੁਸ਼ੀ ਪ੍ਰਾਪਤ ਕਰਨ ਲਈ ਉਹਨਾਂ ਦਾ ਹੁਕਮ ਸਿਰ ਮੱਥੇ ਵਜਾਉਣਾ ਹੈ। ਇਸ ਲਈ ਇਸ ਇਕਾਂਤ 'ਚੋਂ ਹੁਣ ਜਲਦੀ ਹੀ ਚਾਲੇ ਪਾ ਦੇਣੇ ਹਨ। ਇਹਨਾਂ ਦਿਨਾਂ ਵਿੱਚ ਹੀ ਛੋਟੇ ਭਾਈ ਸਰਦਾਰ ਲਕਸ਼ਮਣ ਸਿੰਘ ਜੀ ਕੰਮ ਕਾਰ ਸਾਂਭਣ ਵਾਸਤੇ ਪਰਿਵਾਰ ਸਹਿਤ ਪਿੰਡ ਧੁੱਗੇ ਤੋਂ
ਕੁਰੇਰੀਏ ਪੁੱਜ ਚੁੱਕੇ ਸਨ। ਬਾਬਾ ਜੀ ਨੇ ਉਹਨਾਂ ਨੂੰ ਬੇਨਤੀ ਕਰ ਦਿੱਤੀ ਕਿ ਸਤਿਗੁਰ ਜੀ ਦੇ ਹੁਕਮ ਅਨੁਸਾਰ ਅਸੀਂ ਹੁਣ ਪੰਜਾਬ ਜਾ ਕੇ ਗੁਰਸਿੱਖੀ ਪ੍ਰਚਾਰ ਦੀ ਸੇਵਾ ਕਰਨੀ ਹੈ। ਸੋ ਇਸ ਲਈ ਤੁਸੀਂ ਹੁਣ ਸਾਰਾ ਕੰਮ ਕਾਜ ਸੰਭਾਲ ਲਵੋ। ਇਸ ਪ੍ਰਕਾਰ ਪਿੰਡ ਕੁਰੇਈਏ ਤੋਂ ਚੱਲ ਕੇ ਬਾਬਾ ਜੀ ਪਿੰਡ ਧੁੱਗੇ ਮਾਤਾ ਜੀ ਪਾਸ ਪੁੱਜੇ। ਮਾਤਾ ਜੀ ਨੂੰ ਮਿਲ ਕੇ ਗੁਰੂ ਮਹਾਰਾਜ ਜੀ ਵੱਲੋਂ ਦਿੱਤੇ ਸੰਕੇਤ ਦੇ ਆਧਾਰ ਤੇ ਸਦੀਆਂ ਤੋਂ ਵੀਰਾਨ ਪਏ ਥੇ ਉੱਪਰ, ਜਿੱਥੇ ਹੁਣ ਗੁਰਦੁਆਰਾ ਸਾਹਿਬ ਰਾਮਪੁਰ ਖੇੜਾ ਸਾਹਿਬ ਸੁਸ਼ੋਭਿਤ ਹੈ, ਪੁੱਜੇ। ਸਾਰੀ ਜਗ੍ਹਾ ਫਿਰ ਤੁਰ ਕੇ ਦੇਖੀ। ਉਪਰੰਤ ਸ਼ਾਮ ਨੂੰ ਫਿਰ ਬਾਹਰਲੇ ਵਿਖੇ ਭਾਈ ਗੁਰਬਖਸ਼ ਸਿੰਘ ਜੀ, ਜੋ ਬਾਬਾ ਜੀ ਦੇ 119 ਚੱਕ ਸਰਗੋਦੇ ਵਿਖੇ ਰਹਿੰਦੇ ਸਮੇਂ ਤੋਂ ਵਾਕਿਫ ਸਨ, ਤੇ ਘਰ ਪੁੱਜੇ। ਰਾਤ ਦਾ ਟਿਕਾਣਾ ਇੱਥੇ ਕੀਤਾ ਅਤੇ ਸਾਰਾ ਵਿਚਾਰ ਦੱਸਿਆ ਕਿ ਅਸੀਂ ਹੁਣ ਤੁਹਾਡੇ ਲਾਗੇ ਥੇ ਤੇ ਟਿਕਾਣਾ ਕਰਕੇ ਭਜਨ ਸਿਮਰਨ ਅਤੇ ਗੁਰਸਿੱਖੀ ਪ੍ਰਚਾਰ ਕਰਨਾ ਹੈ। ਸਰਦਾਰ ਗੁਰਬਖਸ਼ ਸਿੰਘ ਹੋਰਾਂ ਨੇ ਵੀ ਬੜੀ ਖੁਸ਼ੀ ਪ੍ਰਗਟਾਈ ਕਿ ਸਾਨੂੰ ਵੀ ਹਰ ਰੋਜ਼ ਆਪ ਜੀ ਦੇ ਦਰਸ਼ਨ ਹੋ ਜਾਇਆ ਕਰਨਗੇ ਅਤੇ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਹੋਵੇਗਾ। ਦਿਨ ਚੜ੍ਹਦੇ ਸਾਰ ਬਾਬਾ ਜੀ ਭਾਈ ਗੁਰਬਖਸ਼ ਸਿੰਘ ਜੀ ਨੂੰ ਨਾਲ ਲੈ ਕੇ ਫਿਰ ਦੁਬਾਰਾ ਇਸ ਬੇਆਬਾਦ ਥੇ ਦਾ ਨਿਰੀਖਣ ਕੀਤਾ ਕਿ ਸਿਰ ਲੁਕਾਉਣ ਜੋਗਾ ਬਿਨਾਂ ਖਰਚ ਤੋਂ ਕਿਵੇਂ ਤੇ ਕਿੱਥੇ ਟਿਕਾਣਾ ਬਣ ਸਕਦਾ ਹੈ। ਜਿੱਥੇ ਅੱਜ ਕੱਲ ਟਿਊਬਵੈੱਲ ਅਤੇ ਇਸ਼ਨਾਨ ਘਰ ਹੈ, ਇੱਧਰ ਉਸ ਸਮੇਂ ਦਰਖਤ ਘੱਟ ਸਨ ਤੇ ਇਹ ਪਾਸਾ ਵੀ ਨੀਵਾਂ ਸੀ। ਬਾਬਾ ਜੀ ਨੇ ਸੁਝਾਅ ਦਿੱਤਾ ਕਿ ਤੁਸੀਂ 2-3 ਸਾਥੀ ਰਲ ਕੇ ਇਸ ਉੱਚੇ ਠਹਿ ਵਿੱਚ ਕੁਦਰਾ ਭਾਵ ਕੱਚੀ ਗੁਫਾ ਬਣਾ ਦੇਵੋ, ਜਿਸ ਵਿੱਚ ਇੱਕ ਮੰਜਾ ਡਹਿ ਸਕੇ। ਦਰਵਾਜ਼ੇ ਦੀ ਜਗ੍ਹਾ ਅਸੀਂ ਕਾਨਿਆਂ ਦਾ ਖਿੜਕਾ ਬਣਾ ਲੈ ਲਵਾਂਗੇ। ਭਾਈ ਗੁਰਬਖਸ਼ ਸਿੰਘ ਜੀ ਨੇ ਸਤ ਵਚਨ ਕਹੇ। ਅਗਲੇ ਹੀ ਦਿਨ ਆਪਣੇ ਨਾਲ 1-2 ਸਾਥੀ ਹੋਰ ਲੈ ਕਈਆਂ ਅਤੇ ਸੱਬਲਾਂ ਨਾਲ ਉਸ ਥਾਂਹੇ ਉੱਚੀ ਜਗ੍ਹਾ ਵਿੱਚ ਇੱਕ ਸੁਰੰਗ ਦੀ ਸ਼ਕਲ ਦੀ ਗੁਫਾ ਬਣਾਉਣੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਕੋ ਕੰਮ ਹੋਇਆ ਕੀਤਾ। ਰਾਤ ਫਿਰ ਬਾਹਰਲੇ ਭਾਈ ਗੁਰਬਖਸ਼ ਸਿੰਘ ਜੀ ਦੇ ਘਰ ਆ ਟਿਕੇ। ਅਗਲੇ ਦਿਨ ਫਿਰ ਇਹ ਗੁਰਸਿੱਖੀ ਪ੍ਰਚਾਰ ਦੇ ਕੇਂਦਰ ਦੀ ਤਿਆਰੀ ਕਰਨ ਵਾਸਤੇ ਕੱਚੀ ਗੁਫਾ ਖੋਦਣ ਚੱਲ ਪਏ। ਗੁਫਾ ਖੋਦਦਿਆਂ ਤੇ ਪਿੰਡ ਗੋਂਦਪੁਰ ਦਾ ਇੱਕ ਸਿਆਣਾ ਬਜ਼ੁਰਗ ਕੋਲੋਂ ਦੀ ਲੰਘਦਾ ਹੋਇਆ ਬਾਬਾ ਜੀ ਪਾਸ ਆ ਕੇ ਕਹਿਣ ਲੱਗਾ ਕਿ ਮੈਂ ਕੱਲ ਵੀ ਇੱਥੋਂ ਦੀ ਲੰਘਿਆ ਸੀ। ਇਹ ਮੁੰਡੇ ਪਸੀਨੋ ਪਸੀਨਾ ਹੋਈ ਆਹ ਕੁੰਦਰ ਜਹੀ ਕੱਢੀ ਜਾਂਦੇ ਸਨ। ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕਿਸ ਵਾਸਤੇ ਕਰਦੇ ਹੋ, ਤਾਂ ਇਹਨਾਂ ਦੱਸਿਆ ਕਿ ਸਾਡੇ ਸੰਤਾਂ ਨੇ ਇੱਥੇ ਠਹਿਰਨ ਕੇ ਭਜਨ ਕਰਨਾ ਹੈ। ਮੈਂ ਇਹਨਾਂ ਨੂੰ ਸਲਾਹ ਦਿੱਤੀ ਕਿ ਤੁਹਾਡੇ ਜਿਸ ਸੰਤ ਨੇ ਇੱਥੇ ਰਹਿਣਾ ਹੈ ਉਸ ਨੂੰ ਪਹਿਲੇ ਇੱਕ ਰਾਤ ਇੱਥੇ ਟਿਕਾ ਕੇ ਦੇਖ ਲਵੋ। ਜੇ ਠਹਿਰ ਗਏ ਫਿਰ ਕੱਢ ਲਈਓ। ਐਵੇਂ ਜ਼ੋਰ ਲਾਈ ਜਾਂਦੇ ਹੋ, ਕਿਤੇ ਗੁਫਾ ਕੱਢੀ ਕਢਾਈ ਨਾ ਰਹਿ ਜਾਵੇ। ਉਸ ਸਮੇਂ ਬਾਬਾ ਜੀ ਸਿੱਧੀ ਦਸਤਾਰ ਸਜਾਉਂਦੇ ਸਨ ਅਤੇ ਕਮੀਜ਼ ਪਜਾਮਾ ਜੋ ਆਮ ਲੋਕਾਂ ਦੀ ਪੁਸ਼ਾਕ ਹੈ ਪਾਉਂਦੇ ਸਨ। ਕੋਈ ਸਾਧੂ ਸੰਤਾਂ ਵਾਲਾ ਭੇਖ ਨਹੀਂ ਬਣਾਇਆ ਹੋਇਆ ਸੀ, ਜਿਸ ਕਾਰਨ ਉਸ ਬਜ਼ੁਰਗ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹਨਾਂ ਹੀ ਰਹਿਣਾ ਹੈ। ਬਾਬਾ ਜੀ ਨੇ ਉਸ ਪ੍ਰੇਮੀ ਨੂੰ ਉੱਤਰ ਦਿੱਤਾ ਕਿ ਦੇਖੋ, ਜਿਹੜਾ ਆਵੇਗਾ ਉਹ ਰਹੂ ਵੀ। ਤੁਸੀਂ ਐਵੇਂ ਚਿੰਤਾ ਨਾ ਕਰੋ, ਇਹ ਗੁਫਾ ਕੱਢੀ ਕਢਾਈ ਨਹੀਂ ਰਹਿੰਦੀ। ਅੱਗੋਂ ਉਸ ਨੇ ਫਿਰ ਜਵਾਬ ਦਿੱਤਾ ਕਿ ਮੇਰੀ ਦਾੜੀ ਇਸ ਸਥਾਨ ਨੂੰ ਤੱਕਦਿਆਂ ਚਿੱਟੀ ਹੋ ਗਈ ਹੈ। ਇਸ ਜਗ੍ਹਾ ਕਈ ਆਏ ਪਰ ਟਿਕ ਕੋਈ ਨਹੀਂ ਸਕਿਆ, ਕਿਉਂਕਿ ਇਸ ਜਗ੍ਹਾ ਬਹੁਤ ਸਖਤ ਹੈ। ਇੱਥੇ ਭੂਤ ਪ੍ਰੇਤਾਂ ਅਤੇ ਅਵਗਤ ਰੂਹਾਂ ਦਾ ਵਾਸਾ ਅਤੇ ਜ਼ੋਰ ਹੈ। ਉਹ ਕਿਸੇ ਨੂੰ ਟਿਕਣ ਨਹੀਂ ਦਿੰਦੀਆਂ। ਇੰਨੀ ਗੱਲ ਕਹਿ ਕੇ ਉਹ ਪ੍ਰੇਮੀ ਨਾਰਾਇਣ ਸਿੰਘ ਵਾਸੀ ਗੋਂਦਪੁਰ ਆਪਣੇ ਨਗਰ ਨੂੰ ਚਲਾ ਗਿਆ।
2 ਦਿਨਾਂ ਵਿੱਚ ਗੁਫਾ ਤਿਆਰ ਹੋ ਗਈ। ਨੇੜੇ ਤੋਂ ਹੀ ਕਾਨੇ ਵੱਢ ਕੇ ਤੇ ਗੁੰਦ ਕੇ ਉਸ ਤਿਆਰੀ ਹੋਈ ਗੁਫਾ ਦਾ ਦਰਵਾਜ਼ਾ ਬਣਾ ਦਿੱਤਾ ਗਿਆ। ਬਿਨਾਂ ਮਾਇਆ ਦੇ ਖਰਚੇ, ਬਿਨਾਂ ਸੀਮਟ, ਇੱਟਾਂ, ਲੱਕੜ ਦੇ ਲਿਆਂਦਿਆਂ ਰਿਹਾਇਸ਼ ਲਈ ਜਗ੍ਹਾ ਬਣ ਗਈ। ਇੱਕ ਮੰਜਾ ਜੋ ਗੁਰਦੁਆਰਾ ਸਾਹਿਬ ਵਿੱਚ ਅਜੇ ਵੀ ਮੌਜੂਦ ਹੈ, ਉਸ ਨਵੇਂ ਬਣੇ ਮਕਾਨ ਭਾਵ ਗੁਫਾ ਵਿੱਚ ਸਥਾਪਿਤ ਕਰ ਲਿਆ। ਉੱਪਰ ਇੱਕ ਦਰੀ ਵਿਛਾ ਕੇ ਭਜਨ ਲਈ ਆਸਣ ਤਿਆਰ ਕਰ ਲਿਆ। ਸਾਰੀ ਤਿਆਰੀ ਕਰਕੇ ਬਾਬਾ ਜੀ ਪ੍ਰੋਫੈਸਰ ਗੁਰਬਖਸ਼ ਸਿੰਘ ਜੀ ਦੇ ਘਰ ਦਾ ਆ ਟਿਕੇ। ਅਗਲੇ ਦਿਨ ਹੀ ਇਸ ਉਜਾੜ ਥੇ ਦੀ ਉਚਾਈ ਵਿੱਚ ਸਿਮਰਨ ਕਰਨ ਲਈ ਬਣਾਈ ਕੱਚੀ ਕੁੰਦਰਾ ਵਿੱਚ ਅਰਦਾਸ ਕਰਕੇ ਸਿਮਰਨ ਦਾ ਨਿਯਮ ਆਰੰਭ ਕਰ ਦਿੱਤਾ। ਆਪ ਜੀ ਹਰ ਰੋਜ਼ ਦੀ ਤਰ੍ਹਾਂ 2 ਵਜੇ ਸਾਵਧਾਨ ਹੋ ਜਾਂਦੇ। ਸੋਚ ਇਸ਼ਨਾਨ ਕਰਨ ਉਪਰੰਤ ਗੁਰੂ ਹੁਕਮ ਨਿਤਨੇਮ ਨੂੰ ਪੂਰਾ ਕਰਦੇ। ਸੁਖਮਨੀ ਸਾਹਿਬ ਜੀ ਦਾ ਪਾਠ ਪੂਰਾ ਕਰਕੇ ਆਰੰਭ ਕੀਤੇ ਨਿਯਮ ਨੂੰ ਪੂਰਾ ਕਰਨ ਲਈ ਜੁਟ ਜਾਂਦੇ। ਦੁਪਹਿਰ ਨੂੰ ਭਾਈ ਗੁਰਬਖਸ਼ ਸਿੰਘ ਜੀ ਆਪਣੇ ਘਰੋਂ ਪਿੰਡ ਬਾਹਰਲੇ ਤੋਂ ਭਾਵਨੀ ਨਾਲ ਆਪ ਜੀ ਦੇ ਆਹਾਰ ਲਈ ਲੰਗਰ ਲੈ ਕੇ ਆਉਂਦੇ। ਅਲਪ ਆਹਾਰ ਕਰਕੇ ਆਪ ਜੀ ਥੋੜਾ ਸਰੀਰਕ ਆਰਾਮ ਕਰਦੇ। ਮੁੜ ਸਾਵਧਾਨ ਹੋ ਆਰੰਭੇ ਨਿਯਮ ਨੂੰ ਪੂਰਾ ਕਰਨ ਲਈ ਤਤਪਰ ਹੋ ਜਾਂਦੇ। ਸ਼ਾਮ ਨੂੰ ਸੋਧਰ ਦੀ ਹਾਜ਼ਰੀ ਲਵਾ ਕੇ ਸੋਹਿਲਾ ਪਾਠ ਪੜ੍ਹ ਕੇ ਦੇਰ ਰਾਤ ਤੱਕ ਗੁਰਮੰਤਰ ਰਾਹੀਂ ਪ੍ਰਭੂ ਚਰਨਾਂ ਨਾਲ ਸੁਰਤੀ ਜੋੜ ਰੱਖ ਦੇ ਅਤੇ ਸੁਰਤੀ ਨਾਲ ਪ੍ਰਭੂ ਪਰਮੇਸ਼ਵਰ ਦੇ ਦਰਸ਼ਨ ਦਾ ਰਸ ਮਾਣਦੇ। ਨੀਂਦ ਦੇ ਜ਼ਿਆਦਾ ਜ਼ੋਰ ਪਾਉਣ ਤੇ ਆਪ ਜੀ ਸਰੀਰ ਨੂੰ ਆਰਾਮ ਕਰਨ ਦਿੰਦੇ, ਪਰ ਆਤਮਾ ਰੂਹ ਚਰਨਾਂ ਨਾਲ ਜੁੜੀ ਰਹਿੰਦੀ। ਬਾਬਾ ਜੀ ਨੂੰ ਲੰਗਰ ਛਕਾਉਣ ਉਪਰੰਤ ਭਾਈ ਗੁਰਬਖਸ਼ ਸਿੰਘ ਜੀ ਵੀ ਪ੍ਰਭੂ ਯਾਦ ਵਿੱਚ ਕਾਫੀ ਸਮਾਂ ਹਰ ਰੋਜ਼ ਗੁਰੂ ਲੇਖੇ ਲਾਉਂਦੇ। ਆਪ ਜੀ ਨੇ ਮਹਾਂਪੁਰਸ਼ਾਂ ਦੀ ਸੇਵਾ ਕਰਕੇ ਅਤੇ ਸਿਮਰਨ ਵਿੱਚ ਜੁੜ ਕੇ ਕਾਫੀ ਲਾਹਾ ਪ੍ਰਾਪਤ ਕੀਤਾ। ਇਸ ਤਰ੍ਹਾਂ ਬਾਬਾ ਜੀ ਨੇ ਰਾਮਪੁਰ ਖੇੜੇ, ਜੋ ਕਿ ਇੱਕ ਵੀਰਾਨ ਬੇਜਾਨ ਜਗ੍ਹਾ ਸੀ, ਉਸ ਨੂੰ ਆਬਾਦ ਕੀਤਾ, ਆਰੰਭ ਕੀਤਾ ਤੇ ਹੁਣ ਉੱਥੇ ਇੱਕ ਬੇਮਿਸਾਲ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ, ਜਿਨ੍ਹਾਂ ਦੀ ਸੋਭਾ ਕਰਨ ਲਈ ਕੋਈ ਲਫ਼ਜ਼ ਨਹੀਂ ਹੈ। ਉਹ ਅਥਾਂ ਜਿਹੜੀ ਭੂਤ ਪ੍ਰੇਤਾਂ ਵਾਲੀ ਜਗ੍ਹਾ ਸੀ, ਗੁਰੂ ਜੀ ਦੇ ਹੁਕਮ ਨਾਲ ਏਡਾ ਵੱਡਾ ਗੁਰਦੁਆਰਾ ਸਾਹਿਬ ਬਣ ਗਿਆ, ਜਿਸ ਨੂੰ ਦੇਖਦਿਆਂ ਮਨ ਬਹੁਤ ਖੁਸ਼ ਹੁੰਦਾ ਹੈ। ਇਹ ਜੀਵਨੀਆਂ ਗੁਰੂ ਮਹਾਰਾਜ ਜੀ ਸੰਤ ਮਹਾਂਪੁਰਸ਼ਾਂ ਦੀਆਂ ਸਾਨੂੰ ਜੀਵਨ ਸੇਧ ਲਈ ਹਨ ਕਿ ਅਸੀਂ ਸਿੱਧੇ ਰਸਤੇ ਤੁਰਨਾ ਹੈ, ਕਿਸ ਤਰ੍ਹਾਂ ਗੁਰੂ ਤੇ ਨਿਹਚਾ ਰੱਖਣੀ ਹੈ, ਪ੍ਰੇਮ ਰੱਖਣਾ ਹੈ। ਇਸੇ ਤਰ੍ਹਾਂ ਹੀ ਬਾਬਾ ਜੀ ਸਭ ਦਾ ਹੀ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।